ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। BSH ਨਿਊਜ਼ ਪੁਆਇੰਟ ਵਿੱਚ ਤੁਹਾਡਾ ਸਵਾਗਤ ਹੈ। ਇਹ ਸਾਡਾ ਪਹਿਲਾ ਲਾਈਵ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਹਾਂ। ਮੇਰੇ ਨਾਲ ਹਨ ਸੀਨੀਅਰ ਜਰਨਲਿਸਟ ਅਖਿਲੇਸ਼ ਜੀ ਤੇ ਇੱਧਰ ਜਸਵਿੰਦਰ ਜੀ। ਮੌਜੂਦਾ ਸਮੇਂ ਕੋਵਿਡ-19 ਕਰਕੇ ਜੋ ਹਾਲਾਤ ਬਣੇ ਨੇ, ਇਹਦੇ ਨਾਲ ਪੂਰੇ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ। ਜਿੱਥੇ ਯੂਰਪੀਅਨ ਕੰਟਰੀਆਂ ਜਾਂ ਅਮਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ, ਇਹਨਾਂ ਕੰਟਰੀਜ਼ ਨੇ ਆਪਣੇ ਵਸਨੀਕਾਂ ਨੂੰ ਬਕਾਇਦਾ ਤੌਰ ਤੇ ਵਿੱਤੀ ਰਾਹਤ ਦਿੱਤੀ, ਜੋ ਕਿ ਭਾਰਤ ਵਿੱਚ ਕਿਸੇ ਨੂੰ ਵੀ ਵਿੱਤੀ ਰਾਹਤ ਨਹੀਂ ਦਿੱਤੀ ਗਈ। ਲੋਕ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਹੁੰਦੇ ਰਹੇ। ਪ੍ਰਵਾਸੀ ਮਜ਼ਦੂਰ ਨੰਗੇ ਪੈਰੀ ਕਿੰਨੇ ਕਿਲੋਮੀਟਰ ਤੁਰਦੇ ਰਹੇ, ਕਈਆਂ ਦੀਆਂ ਮੌਤਾਂ ਵੀ ਹੋਈਆਂ। ਜਿਹੜੇ ਮੱਧ ਵਰਗੀ ਪਰਿਵਾਰ ਨੇ, ਉਹਨਾਂ ਨੂੰ ਕਿਸੇ ਨੂੰ ਕੋਈ ਰਾਹਤ ਨਹੀਂ ਮਿਲੀ ਔਰ ਨੌਕਰੀਆਂ ਬੜੇ ਵੱਡੇ ਪੱਧਰ ਤੇ ਗਈਆਂ। ਕਾਰਪੋਰੇਟ ਹਾਊਸਿਸ ਹੋਣ, ਛੋਟੀਆਂ ਦੁਕਾਨਾਂ ਹੋਣ, ਕੁਝ ਵੀ ਹੋਵੇ, ਹਰ ਇੱਕ ਬੰਦੇ ਨੇ, ਕਿਉਂਕਿ ਦੁਕਾਨਾਂ ਬੰਦ ਰਹੀਆਂ, ਫੈਕਟਰੀਆਂ ਬੰਦ ਰਹੀਆਂ, ਬੜੇ ਵੱਡੇ ਪੱਧਰ ਤੇ ਅਨਇੰਪਲੋਇਮੈਂਟ ਹੋਈ। ਹੁਣ ਜਦੋਂ ਇੰਪਲੋਇਮੈਂਟ ਜਨਰੇਟ ਦੁਬਾਰਾ ਹੋਈ ਵੀ ਹੈ ਤਾਂ ਹਾਲਾਤ ਇਹ ਨੇ ਕਿ ਜਿਹੜੇ ਬੰਦੇ ਦੀ ਤਨਖਾਹ 50,000 ਰੁਪਏ ਮਹੀਨੇ ਦੀ ਸੀ, ਉਹ ਤਨਖਾਹ ਮਾਤਰ 25,000 ਦੀ ਰਹਿ ਗਈ ਹੈ। ਹਾਲਾਤ ਬਹੁਤ ਮਾੜੇ ਨੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ GDP ਬਾਰੇ, ਦੇਸ਼ ਦੇ ਜੋ ਹਾਲਾਤ ਨੇ, ਇਹਦੇ ਬਾਰੇ ਅਖਿਲੇਸ਼ ਜੀ ਸਾਨੂੰ ਦੱਸੋ ਵੀ ਕੀ ਤੁਸੀਂ ਸੋਚਦੇ ਹੋ ਕਿ ਕੀ ਇਹ ਕੋਵਿਡ ਹੀ ਸਾਰਾ ਇਹ ਰਿਜ਼ਲਟੈਂਟ ਹੈ ਜੋ ਕੁਛ ਇਹ ਹੋਇਆ ਹੈ, ਜਾਂ ਇਸ ਤੋਂ ਪਹਿਲਾਂ ਵੀ ਦੇਸ਼ ਜਿਹੜੀ GDP ਵਗੈਰਾ ਸੀ ਕਿਸੇ ਨਾਜ਼ੁਕ ਮੋੜ ਤੇ ਖੜੀ ਸੀ? ਨਹੀਂ, GDP ਦੇ ਹਾਲਾਤ ਪਹਿਲਾਂ ਵੀ ਬਹੁਤ ਵਧੀਆ ਨਹੀਂ ਸੀਗੇ। GDP ਦਾ ਇੱਕ ਦੌਰ ਸੀਗਾ ਸਾਡਾ ਜਿਹੜਾ 10% ਐਨੂਅਲ ਗ੍ਰੋਥ ਰੇਟ ਹੁੰਦੀ ਸੀ, ਲੇਕਿਨ ਹੁਣ ਹੌਲੀ ਹੌਲੀ ਕਰਕੇ ਇਹ ਜਿਹੜਾ NDA ਸ਼ਾਸਨ ਕਾਲ ਦਾ ਪਹਿਲਾ NDA 1 ਦੇਖੀਏ ਜਾਂ NDA 2 ਦੇਖੀਏ, ਇਹਨਾਂ 'ਚ GDP ਦੀ ਜਿਹੜੀ ਗਰੋਥ ਰੇਟ ਸੀਗੀ ਉਹ ਥੱਲੇ ਆਈ ਸੀਗੀ, ਨੋ ਡਾਊਟ। ਲੇਕਿਨ ਅਗਰ ਆਪਾਂ ਕੋਵਿਡ ਤੇ ਪੋਸਟ ਕੋਵਿਡ ਐਰਾ ਦੀ ਗੱਲ ਕਰੀਏ, ਕੋਵਿਡ ਤੋਂ ਬਾਅਦ ਜਿਹੜੀ ਇੰਡਸਟਰੀਅਲ ਪ੍ਰੋਡਕਸ਼ਨ ਸੀਗੀ ਸਾਡੀ ਨਿਸ਼ਚਿਤ ਤੌਰ ਤੇ ਪ੍ਰਭਾਵਿਤ ਹੋਈ ਹੈ। ਸਾਰੀ ਦੁਨੀਆ 'ਚ ਇਹ ਚੀਜ਼ ਪ੍ਰਭਾਵਿਤ ਹੋਈ ਹੈ। ਲੇਕਿਨ ਫਿਰ ਵੀ ਇੱਕ ਜਿਹੜੀ ਚੀਜ਼ ਗੌਰ ਕਰਨ ਯੋਗੀ ਹੈਗੀ ਕਿ ਜਿੰਨੇ ਵੀ ਸਾਡੇ ਵਸਨੀਕ ਸੀਗੇ ਸਾਰੀ ਇੰਡੀਆ ਦੇ, ਉਹਨਾਂ ਦੀ ਆਪਣੀ ਜਿਹੜੀ ਪਰਸਨਲ ਕੰਜ਼ੰਪਸ਼ਨ ਸੀਗੀ ਉਹ ਤਾਂ ਨਹੀਂ ਘਟੀ। ਤੁਸੀਂ ਦੁੱਧ ਦੇਖ ਲਓ, ਬ੍ਰੈਡ ਦੇਖ ਲਓ, ਰਾਸ਼ਨ ਦੇਖ ਲਓ, ਦਾਲਾਂ ਦੇਖ ਲਓ, ਇਹ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ 'ਚ ਸੀਗੀਆਂ ਉਹਨਾਂ ਦੀ ਕੋਈ ਵੀ ਸਪਲਾਈ ਨਹੀਂ ਘਟੀ। ਕਿਤੇ ਵੀ ਤੁਹਾਨੂੰ ਇਹ ਸ਼ਿਕਾਇਤ ਨਹੀਂ ਆਈ ਕਿ ਇੱਥੇ ਇਹ ਚੀਜ਼ ਦੀ ਸਪਲਾਈ ਨਹੀਂ ਹੋਈ। ਅਗਰ ਇਹ ਸਪਲਾਈ ਹੋਈ ਹੈ ਤਾਂ ਉਹ ਪੂਰਾ ਇੱਕ ਸਿਸਟਮ ਉਹਦੇ ਪਿੱਛੇ ਕੰਮ ਕਰਦਾ ਹੈ। ਜਿਹੜੀ ਸਾਡੀ ਪੁਰਾਣੀ ਪ੍ਰੋਡਕਸ਼ਨ ਹੋ ਕੇ ਪਈ ਹੋਈ ਸੀਗੀ, ਜਾਂ ਕਈ ਇਹੋ ਜਿਹੀਆਂ ਇੰਡਸਟਰੀਆਂ ਸੀਗੀਆਂ ਜਿਨ੍ਹਾਂ ਨੂੰ ਸਪੈਸ਼ਲ ਪਰਮਿਸ਼ਨ ਦਿੱਤੀ ਗਈ ਕਿ ਵੀ ਤੁਸੀਂ ਇਹਨੂੰ ਚਲਾਉਂਦੇ ਰਹੋ, ਸਪਲਾਈ ਦੇ ਵਿੱਚ ਕੋਈ ਘਾਟਾ ਨਹੀਂ ਹੋਣਾ ਚਾਹੀਦਾ, ਉਹ ਸਾਰਾ ਕੁਝ ਚੱਲਦਾ ਰਿਹਾ। ਉਸ ਤੋਂ ਬਾਵਜੂਦ ਜਿਹੜੀ ਗੌਰ ਕਰਨ ਜੋਗੀ ਚੀਜ਼ ਹੈਗੀ ਕਿ GDP ਦਾ ਜਿਹੜਾ ਪੱਧਰ ਹੈਗਾ ਉਹ ਨੈਗੇਟਿਵ 'ਚ ਆ ਗਿਆ। ਉਹ ਵੀ 1-2% ਨਹੀਂ, 27% ਤੋਂ ਜ਼ਿਆਦਾ ਮਾਈਨਸ ਚਲਾ ਗਿਆ ਨਾ, ਮਾਈਨਸ ਚਲਾ ਗਿਆ। ਇਹ ਜ਼ੀਰੋ ਤੋਂ ਥੱਲੇ ਜਾ ਕੇ ਵੀ, ਉਹੀ ਮੈਂ ਕਹਿ ਰਿਹਾ, ਮਤਲਬ ਆਲ ਓਵਰ ਵਰਲਡ ਦੇ ਵਿੱਚ ਸਭ ਤੋਂ ਥੱਲੇ 2-3%, 5% ਪਲੱਸ ਗਰੋਥ ਹੋਣੀ ਚਾਹੀਦੀ ਸੀ ਕਿ ਜਿਹੜੀ ਘੱਟ ਤੋਂ ਘੱਟ, ਉਹ ਜ਼ੀਰੋ ਤੋਂ ਵੀ ਥੱਲੇ ਜਾ ਕਰਕੇ 27% ਤੋਂ ਜ਼ਿਆਦਾ ਥੱਲੇ ਚਲੀ ਗਈ। ਇਹ ਬਹੁਤ ਗੌਰ ਕਰਨ ਯੋਗੀ ਚੀਜ਼ ਹੈ। ਮੈਂ ਕੱਲ ਇੱਕ ਰਿਪੋਰਟ ਪੜ੍ਹ ਰਿਹਾ ਸੀ ਫਾਈਨੈਂਸ ਮਿਨਿਸਟਰੀ ਦੀ, ਜਿਹੜੀ GDP ਜਿਹੜਾ ਇਹ GST ਦੀ ਕਲੈਕਸ਼ਨ ਹੈ, GST ਦੀ ਕਲੈਕਸ਼ਨ ਪਿਛਲੇ ਸਾਲ ਕੋਵਿਡ ਨਹੀਂ ਸੀਗੀ, ਲੇਕਿਨ ਪਿਛਲੇ ਸਾਲ ਕੋਵਿਡ ਦੇ ਦੌਰਾਨ, ਬਿਨਾਂ ਕੋਵਿਡ ਵਾਲੇ ਸਮੇਂ 'ਚ ਜਿੰਨੀ GDP ਦੀ ਲਾਸਟ ਕੁਆਟਰ ਰਿਕਵਰੀ, ਲਾਸਟ ਇਹੀ ਪੀਰੀਅਡ ਅਗਸਤ ਦੇ ਮਹੀਨੇ ਦਾ ਡਾਟਾ ਫਾਈਨੈਂਸ ਮਿਨਿਸਟਰੀ ਨੇ ਰਿਲੀਜ਼ ਕੀਤਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 85% GST ਦੀ ਰਿਕਵਰੀ ਹੋਈ ਹੈ। GST ਕਲੈਕਸ਼ਨ, ਠੀਕ ਹੈ। ਅਗਰ ਇਹ GST ਦੀ ਕਲੈਕਸ਼ਨ ਹੋਈ ਹੈ, ਇਹਦਾ ਮਤਲਬ ਸਮਾਨ ਵਿਕੇ ਹੋਏ, ਸਮਾਨ ਦੀ ਖਰੀਦ ਫਰੋਖਤ ਹੋਈ ਹੈ, ਕਿਉਂਕਿ GST ਜਿਹੜਾ ਹੈਗਾ ਉਹੀ ਸਭ ਤੋਂ ਵੱਡਾ ਪੈਮਾਨਾ ਔਰ ਸਭ ਤੋਂ ਇਮੀਡੀਏਟ ਪੈਮਾਨਾ ਹੈਗਾ ਕਿ ਤੁਹਾਡੇ ਮਾਰਕੀਟ 'ਚ ਕਿੰਨੀ ਖਰੀਦ ਫਰੋਖਤ ਹੁੰਦੀ ਹੈ। ਉਹ ਜਿਹੜੀ ਖਰੀਦ ਫਰੋਖਤ ਹੈ 85% ਅਗਰ GST ਦੀ ਕਲੈਕਸ਼ਨ ਹੋਈ ਹੈ ਇੱਕ ਨੰਬਰ 'ਚ, ਕਿਉਂਕਿ ਇਹ ਜਦੋਂ ਤੋਂ GST ਲੱਗਿਆ ਹੋਇਆ ਉਸ ਤੋਂ ਬਾਅਦ ਲਗਭਗ 2 ਨੰਬਰ ਦੇ ਜਿਹੜੇ ਕੰਮ ਸੀਗੇ ਲਗਭਗ ਬੰਦ ਹੋ ਗਏ। ਲੇਕਿਨ ਫਿਰ ਵੀ
ਕੁਛ ਨਾ ਕੁਛ ਤਾਂ ਹੁੰਦਾ ਹੀ ਰਹਿੰਦਾ। ਆਪਾਂ ਉਹਨਾਂ ਚੀਜ਼ਾਂ ਨੂੰ ਮਾਈਨਸ ਮੰਨ ਲੈਂਦੇ ਹਾਂ, ਲੇਕਿਨ ਜਿਹੜਾ ਪਲੱਸ 'ਚ ਹੋ ਰਿਹਾ, ਜਿਹੜਾ ਪੋਜ਼ਿਟਿਵ 'ਚ ਹੋ ਰਿਹਾ ਸਾਰਾ ਕੁਝ ਲਿਖਾ ਪੜ੍ਹੀ 'ਚ, ਉਹਦੇ 85% ਦੀ GST ਕਲੈਕਸ਼ਨ ਹੋਈ ਹੈ। ਪੰਜਾਬ ਵਰਗੇ ਸਟੇਟ ਅੱਜ ਰੋ ਰਹੇ ਆ ਕਿਉਂਕਿ ਉਹਨਾਂ ਨੂੰ ਜਿਹੜਾ GST ਦਾ ਹਿੱਸਾ ਜਿਹੜਾ ਉਹ ਦਿੱਤਾ ਨਹੀਂ ਜਾ ਰਿਹਾ। ਬਿਲਕੁਲ। ਹੋਰ ਸਰਕਾਰਾਂ ਦੀ ਇਹ ਹਾਲਤ ਹੈ, ਸਰਕਾਰਾਂ ਦੇ ਫਿਸਕਲ ਡੈਫਿਸਿਟ ਇੰਨਾ ਜ਼ਬਰਦਸਤ ਹੈਗਾ। ਇੱਥੇ ਤਾਂ ਬਹੁਤ ਰਾਹਤ ਹੈ, ਪੰਜਾਬ 'ਚ, ਚੰਡੀਗੜ੍ਹ 'ਚ, ਹਰਿਆਣੇ 'ਚ। ਮੇਰੇ ਕੋਲ ਯੂਪੀ ਦੀਆਂ ਖਬਰਾਂ ਹੈਗੀਆਂ, ਤੁਸੀਂ ਰਾਹ ਚਲਦੇ ਜਾ ਰਹੇ ਹੋ, ਇੱਕ ਪੁਲਿਸ ਵਾਲਾ ਤੁਹਾਨੂੰ ਹਾथ ਦੇਗਾ ਔਰ ਤੁਸੀਂ ਕੁਛ ਨਾ ਕੁਛ ਤਾਂ ਵਾਇਲੇਸ਼ਨ ਕਰਦੇ ਹੀ ਹੋ ਆਪਣੀ ਜ਼ਿੰਦਗੀ 'ਚ। ਉਹ ਕੁਛ ਨਹੀਂ ਕਰੇਗਾ, ਤੁਹਾਨੂੰ 100 ਰੁਪਏ ਦੀ ਪਰਚੀ ਫੜਾਏਗਾ, ਕਹੇਗਾ ਜਾਓ ਜੀ। ਤੁਹਾਡੇ ਨਾਲ ਉਹਦੇ ਨਾਲ ਕੋਈ, ਉਹਦੇ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ ਤੁਹਾਡੇ ਨਾਲ ਕੋਈ ਗੱਲਬਾਤ ਕਰੇ, ਕੋਈ ਐਕਸਪਲੇਨੇਸ਼ਨ ਕਰੇ। ਤੁਸੀਂ ਹੈਲਮਟ ਲਾਇਆ ਹੋਇਆ, ਤੁਸੀਂ ਬਾਈਕ ਚਲਾ ਰਹੇ ਹੋ, ਤੁਸੀਂ ਉਹਦਾ ਪੱਟਾ ਨਹੀਂ ਫਸਾਇਆ ਹੋਇਆ, ਤੁਸੀਂ ਆਪਣੀ ਬਾਈਕ ਤੇ ਮਿਰਰ ਨਹੀਂ ਲਾਇਆ ਹੋਇਆ, ਕੋਈ ਨਾ ਕੋਈ ਤੁਸੀਂ ਵਾਇਲੇਸ਼ਨ ਕਰ ਰਹੇ ਹੋ। ਉਹ ਕਿਸੇ ਨਾ ਕਿਸੇ ਵਾਇਲੇਸ਼ਨ 'ਚ ਸਰਕਾਰ ਕੋਲ ਪੈਸੇ ਦਾ ਇੰਨਾ ਘਾਟਾ ਹੋ ਗਿਆ ਕਿ ਸਰਕਾਰ ਹੁਣ ਲੋਕਾਂ ਤੋਂ ਰਿਕਵਰੀ ਕਰ ਰਹੀ ਹੈ। ਔਰ ਇਹ ਜਿਹੜੇ ਟ੍ਰੈਫਿਕ ਚਲਾਨ ਜਾਂ ਹੋਰ ਦੂਜੇ ਮੋਡ ਹੈਗੇ, ਉਹਨਾਂ ਦੇ ਰਾਹੀਂ ਸਰਕਾਰ ਆਪਣੇ ਪੈਸੇ ਦੀ ਭਰਪਾਈ ਕਰ ਰਹੀ ਹੈ। ਸਟੇਟਸ ਹੈ, ਸਟੇਟਸ ਕਿਉਂਕਿ ਸੈਂਟਰ ਤੋਂ ਉਹਨਾਂ ਨੂੰ ਪੈਸਾ ਨਹੀਂ ਜਾ ਰਿਹਾ। ਯੂਪੀ ਵਰਗਾ ਵੱਡਾ ਸਟੇਟ ਇਹ ਕਰ ਰਿਹਾ, ਜਦ ਕਿ ਉਹ ਭਾਜਪਾ ਸ਼ਾਸਿਤ ਹੈ। ਸ਼ਾਸਨ ਕਿਸੇ ਦਾ ਵੀ ਹੋਵੇ, ਸਵਾਲ ਇਹ ਨਹੀਂ ਹੈ। ਸਵਾਲ ਇਹ ਹੈ ਕਿ ਤੁਸੀਂ ਕਿਸ ਭਰਪਾਈ ਕਰ ਰਹੇ ਹੋ। ਅਗਰ ਆਪਣੇ ਘਾਟੇ ਦੀ, ਤਾਂ ਉਹ ਕਿਸ ਰਾਹੀਂ ਕਰ ਰਹੇ ਹੋ ਤੁਸੀਂ? ਲੋਕਾਂ ਦੀ ਜੇਬ 'ਚ ਤੋਂ ਹੀ ਕਰ ਰਹੇ ਹੋ। ਲੋਕਾਂ ਦੀ ਜੇਬ 'ਚੋਂ। ਉਹੀ ਲੋਕ ਨੇ ਜਿਹੜੇ ਜਿਹਨੇ ਉਹਦੇ ਨਾਲ ਰਾਸ਼ਨ ਖਰੀਦਣਾ, ਕੋਰੋਨਾ ਦੀ ਮਾਰ ਝੇਲ ਰਹੇ ਆ, ਪਹਿਲਾਂ ਆਦੇ ਮਰੇ ਹੋਏ ਆ। ਤੁਸੀਂ ਉਹਨਾਂ ਤੋਂ ਹੋਰ ਪੈਨਲਟੀ ਦੇ ਨਾਂ ਤੇ, ਹੋਰ ਕਿਸੇ ਤਰੀਕੇ ਨਾਲ ਤੁਸੀਂ ਉਹਨਾਂ ਦੀ ਜੇਬ 'ਚੋਂ ਪੈਸੇ ਕੱਢ ਰਹੇ ਹੋ। ਉਹਨਾਂ ਦੀ ਜੇਬ 'ਚ ਤੁਸੀਂ ਪੈਸੇ ਪਾਉਣ ਦੀ ਬਜਾਏ ਉਹਨਾਂ ਦੀ ਜੇਬ 'ਚੋਂ ਕੱਢ ਰਹੇ ਹੋ। ਬਿਲਕੁਲ। ਤੇ ਇਹ ਬਹੁਤ ਮਾੜੀ ਹਾਲਾਤ ਨੇ। ਔਰ ਇੱਕ ਜਿਹੜਾ ਵੈਲਫੇਅਰ ਸਟੇਟ ਦਾ ਜਿਹੜਾ ਕਨਸੈਪਟ ਹੈਗਾ, ਵੈਲਫੇਅਰ ਸਟੇਟ ਮਤਲਬ ਜਦੋਂ ਵੀ ਕੋਈ ਦੁੱਖ ਤਕਲੀਫ, ਕਿਉਂਕਿ ਆਪਾਂ ਇੱਕ ਸਟੇਟ ਨੂੰ ਇੱਕ ਫੈਮਿਲੀ ਮੰਨਦੇ ਆ। ਆਪਾਂ ਜਦੋਂ ਸਾਡੇ ਕੋਲ ਪੈਸੇ ਹੁੰਦੇ, ਆਪਾਂ ਆਪਣੇ ਕਮਾਈ ਦੇ ਵਿੱਚੋਂ ਕੁਝ ਪੈਸੇ ਕੱਢ ਕੇ ਸਰਕਾਰ ਨੂੰ ਦਿੰਦੇ ਆ ਕਿ ਵੀ ਜਦੋਂ ਸਾਡਾ ਮਾੜਾ ਕੋਈ ਵਕਤ ਆਏਗਾ, ਇਹ ਸਰਕਾਰ ਸਾਡੇ ਨਾਲ ਖੜੀ ਹੋਏਗੀ। ਬਿਲਕੁਲ। ਆਪਾਂ ਸਰਕਾਰ, ਲੇਕਿਨ ਹੁਣ ਸਰਕਾਰ ਕਰ ਕੀ ਰਹੀ ਹੈ? ਸਰਕਾਰ ਨੇ ਆਪਣੇ ਐਸ਼ੋ ਆਰਾਮ 'ਚ ਕੋਈ ਕਮੀ ਨਹੀਂ ਛੋੜੀ। ਸਰਕਾਰ ਦੇ ਸਾਰੇ ਕੰਮ ਪੂਰੇ ਹੋ ਰਹੇ ਆ। ਸਰਕਾਰੀ ਮੁਲਾਜ਼ਮਾਂ 'ਚ ਕਿਸੇ ਦੀ ਦੇਖ ਲਓ ਤੁਸੀਂ, ਕਿਸੇ ਦੀ ਤਨਖਾਹ ਨਹੀਂ ਕੱਟੀ ਗਈ। ਬਿਲਕੁਲ। ਰੋਟੀ ਹਰ ਕੋਈ ਖਾਂਦਾ ਹੈ, ਹਰ ਕਿਸੇ ਦੀ ਭੁੱਖ 2 ਰੋਟੀ ਦੀ ਹੁੰਦੀ ਹੈ, ਲੇਕਿਨ ਜਿਹੜਾ ਵੱਡਾ ਅਫਸਰ ਹੈ, ਉਸੇ ਕਿਸੇ ਵੀ ਵੱਡੇ ਅਫਸਰ ਨੇ ਜਾਂ ਕਿਸੇ, ਮੈਂ ਕੁਝ ਮੰਤਰੀਆਂ ਦੀ ਗੱਲ ਅਗਰ ਛੋੜ ਦਈਏ, MPs ਦੀ ਗੱਲ ਛੱਡੀਏ, ਕਿਉਂਕਿ ਇਹਨਾਂ ਨੇ ਆਪਣੀ ਸਿਰਫ ਦਿਖਾਉਣ ਵਾਸਤੇ, ਹਾਥੀ ਦੇ ਦੰਦ ਦਿਖਾਉਣ ਦੇ ਹੋਰ ਹੁੰਦੇ ਆ, ਖਾਣ ਦੇ ਹੋਰ ਹੁੰਦੇ ਆ, ਇਹਨਾਂ ਨੇ ਆਪਣੀ ਤਨਖਾਹ ਵਿੱਚੋਂ ਕਟੌਤੀ ਕੀਤੀ ਹੈ। ਲੇਕਿਨ ਕਿਆ ਇਹ ਕਟੌਤੀ, ਮੈਂ ਕਹਿੰਦਾ, ਅਫਸਰਾਂ ਦੇ ਉੱਤੇ ਲਾਗੂ ਨਹੀਂ ਹੋ ਸਕਦੀ? ਕਈ ਇਹੋ ਜਿਹੇ ਅਫਸਰ ਨੇ ਜਿਨ੍ਹਾਂ ਦੀ ਤਨਖਾਹ 1.5-2 ਲੱਖ ਰੁਪਏ ਮਹੀਨੇ ਦੀ ਹੈਗੀ, ਲੇਕਿਨ ਉਹਨਾਂ ਦੇ ਉਪਰੀ ਖਰਚੇ 10-10 ਲੱਖ 20-20 ਲੱਖ ਰੁਪਏ ਮਹੀਨੇ ਦੇ ਹੈਗੇ। ਬਿਲਕੁਲ ਸਹੀ ਹੈ। ਇੱਕ ਅਫਸਰ ਦੇ ਕੋਲ 4-4 6-6 ਗੱਡੀਆਂ, ਇੱਕ ਮੰਤਰੀ, ਇੱਕ ਵਿਧਾਇਕਾਂ ਦੇ ਉੱਤੇ ਜਿਹੜਾ ਸਿਕਿਉਰਿਟੀ ਦਾ ਖਰਚਾ ਹੈ, ਉਹ ਪੂਰੇ ਇੱਕ ਜ਼ਿਲ੍ਹੇ ਦੀ ਸਿਕਿਉਰਿਟੀ ਦੇ ਖਰਚੇ ਦੇ ਬਰਾਬਰ ਹੈ। ਇਹਨਾਂ ਖਰਚਿਆਂ 'ਚ ਕਟੌਤੀ ਕਰਕੇ ਅਗਰ ਜੇ ਚਾਹੀਏ ਤਾਂ ਇਸ ਸਥਿਤੀ ਦੇ ਉੱਤੇ ਕਾਬੂ ਪਾਇਆ ਜਾ ਸਕਦਾ, ਲੇਕਿਨ ਕਿਸੇ ਦੇ ਵਿੱਚ ਇਹ ਵਿਲ ਪਾਵਰ ਨਜ਼ਰ ਨਹੀਂ ਆ ਰਹੀ ਹੈ। ਔਰ ਸਾਰਾ ਕੁਝ ਜਿਹੜਾ ਇਹ ਕੋਰੋਨਾ ਦੇ ਮੱਥੇ ਮੜ ਕੇ, ਔਰ ਕੋਰੋਨਾ ਤਾਂ ਇੱਕ ਬਹੁਤ ਵੱਡਾ ਸਕੈਮ ਵੀ ਲੱਗਦਾ, ਕਿਉਂਕਿ ਜਿਹੜਾ ਕੋਰੋਨਾ, ਜੋ ਵੀ ਹੈਲਥ ਪ੍ਰੋਬਲਮ ਸੀਗੀ ਉਹ ਤਾਂ ਆਪਣੀ ਥਾਂ ਤੇ, ਲੇਕਿਨ ਉਸ ਤੋਂ ਬਾਅਦ ਇੱਕ ਮੋਦੀ ਸਰਕਾਰ ਨੇ ਨਾਰਾ ਦਿੱਤਾ, ਆਪਦਾ ਦੇ ਵਿੱਚ ਮੌਕਾ। ਤਾਂ ਬਹੁਤ ਇਹੋ ਜਿਹੇ ਲੋਕ, ਖਾਸ ਕਰ ਹੈਲਥ ਮਹਿਕਮਾ ਜਿਹੜਾ ਹੈਗਾ, ਸਿਹਤ ਮਹਿਕਮਾ, ਇਹਨਾਂ ਦੇ ਲੋਕ ਅਫਸਰਾਂ ਨੇ ਤਾਂ ਇਸ ਦੇ ਵਿੱਚ ਮੌਕੇ ਦੀ ਤਲਾਸ਼ ਕੀਤੀ। ਇਹ ਬਾਅਦ ਚ ਨਿਕਲਣਗੇ ਸਾਰੇ ਸਕੈਮ। ਇਹ ਚੀਜ਼ਾਂ ਨਿਕਲਣਗੀਆਂ, ਕਈ ਚੀਜ਼ਾਂ ਨਹੀਂ ਨਿਕਲਣਗੀਆਂ, ਕੁਝ ਨਿਕਲੀਆਂ ਵੀ ਹੈ। ਕੁਝ ਲੈਬੋਰਟਰੀਜ਼ ਨੇ, ਜਿੱਦਾਂ ਹੁਣ ਅੰਮ੍ਰਿਤਸਰ ਦੇ ਵਿੱਚ ਇੱਕ ਰੇਡ ਹੋਈ, ਕੁਝ ਲੋਕ ਫੜੇ ਵੀ ਗਏ ਨੇ, ਬਟ ਸਕੈਮ ਬੜੇ ਵੱਡੇ ਪੱਧਰ ਤੇ ਹੈ। ਇਹ ਮਤਲਬ ਲੱਗਦਾ ਹੈ, ਇਹ ਦੋਸ਼ ਵੀ ਨੇ, ਵਿਰੋਧੀ ਤੇ ਦੋਸ਼ ਵੀ ਲਗਾਉਂਦੀ, ਬਟ ਇਹ ਕਦੋਂ ਨਿਕਲਣਗੇ? ਆਉਣ ਵਾਲੇ ਸਮੇਂ ਜਦੋਂ ਨਿਕਲਣਗੇ। ਮੂਲ ਜਿਹੜਾ ਸਵਾਲ ਸੀਗਾ ਸਾਡਾ ਇਹ ਸੀਗਾ ਕਿ ਵੀ ਸਰਕਾਰ ਦਾ ਇਹਦੇ ਵਿੱਚ ਕੀ ਰੋਲ ਹੋ ਸਕਦਾ ਜੀ। ਸਰਕਾਰ ਵੈਲਫੇਅਰ ਸਟੇਟ ਹੋਣ ਦੇ ਨਾਤੇ ਸਰਕਾਰ ਦਾ ਕੀ ਰੋਲ ਹੋ ਸਕਦਾ ਸੀ, ਸਰਕਾਰ ਕੀ ਕਰ ਸਕਦੀ ਸੀ? ਸਰਕਾਰ ਦਾ ਰੋਲ ਇਸ ਵੇਲੇ ਹੋਣਾ ਚਾਹੀਦਾ ਪਬਲਿਕ ਦੀ ਹੱਥ ਫੜ ਕੇ ਚੱਲਣਾ। ਜਿਹੜੀ ਪਬਲਿਕ ਆਲਰੇਡੀ, ਹੁਣ ਤੁਸੀਂ ਹਾਲਾਤ ਦੇਖ ਲਓ ਨੌਕਰੀਆਂ ਦੇ, ਜਿਹੜਾ ਉਦਯੋਗਪਤੀ ਹੈ ਉਹ ਆਲਰੇਡੀ ਮਰਿਆ ਹੋਇਆ, ਉਹਦੀ ਜਿਹੜੀ ਪ੍ਰੋਡਕਸ਼ਨ ਕਰਕੇ ਜਿਹੜਾ ਉਹਦਾ ਪ੍ਰੋਡਕਟ ਪਿਆ ਹੋਇਆ ਸੀ ਉਹ ਸਾਰਾ ਖਰਾਬ ਹੋ ਗਿਆ।
ਜਿਹੜੇ ਉਹਨੇ EMPLOYEES ਰੱਖੇ ਹੋਏ ਸੀਗੇ, EMPLOYEES ਨੂੰ 2-2 ਮਹੀਨੇ ਬਿਠਾ ਕੇ ਖਵਾਇਆ। ਉਸ ਤੋਂ ਬਾਅਦ ਸਰਕਾਰ ਨੇ ਟ੍ਰੇਨਾਂ ਚਲਾਉਣੀਆਂ ਸ਼ੁਰੂ ਕਰਤੀਆਂ, ਉਹ ਚਲੇ ਗਏ ਸਰ, ਉਹ ਸਾਰੇ ਉੱਠ ਕੇ ਚਲੇ ਗਏ। ਬਿਲਕੁਲ ਬਿਲकुल। ਹੁਣ ਨਵੀਂ ਪ੍ਰੋਡਕਸ਼ਨ ਹੋ ਨਹੀਂ ਰਹੀ ਹੈ, ਪੁਰਾਣੀ ਜਿਹੜੀ ਪੇਮੈਂਟ ਹੈ ਉਹ ਸਿਰ ਤੇ ਖੜੀ ਹੈ। ਸਰਕਾਰੀ ਜਿਹੜਾ ਬਿਜਲੀ ਦਾ ਬਿੱਲ ਸੀਗਾ ਬਕਾਇਆ, ਉਹ ਸਾਰਾ ਸਿਰ ਤੇ ਖੜਾ। ਬਿਲਕੁਲ, ਮਤਲਬ ਉਹ ਇੰਡਸਟਰੀ ਨੂੰ ਜੋ ਰਾਹਤ ਵੀ ਦੇਣ ਦੀ MSME ਨੂੰ ਕੋਸ਼ਿਸ਼ ਕੀਤੀ ਗਈ ਹੈ, ਉਹ ਵੀ ਮਤਲਬ ਕਿ ਇਹ ਰਾਹਤ ਗੱਲਾਂ ਹੈ। ਮੈਂ ਇੱਕ ਮਿੰਟ ਹੁਣ ਆਪਾਂ ਲਈਏ, ਇੱਧਰ ਆਓ ਜੀ ਜਸਵਿੰਦਰ ਜੀ, ਤੁਸੀਂ ਦੱਸੋ ਵੀ ਸਾਰੇ ਜਿਹੜੇ ਨੇ ਖੇਤਰ ਪ੍ਰਭਾਵਿਤ ਹੋਏ। ਆਪਾਂ ਮੀਡੀਆ ਨੂੰ ਬਿਲੋਂਗ ਕਰਦੇ ਹਾਂ, ਮੀਡੀਆ ਦਾ ਖੇਤਰ ਵੀ ਇਹਦੇ ਵਿੱਚ ਬੜੇ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਹੈ। ਕਈ ਚੈਨਲਾਂ ਨੇ ਬੰਦੇ ਆਪਣੇ ਕੱਢਤੇ, ਕਈ ਅਖਬਾਰਾਂ ਨੇ ਆਪਣੇ ਬੰਦੇ ਕੱਢੇ ਗਏ ਨੇ ਬਕਾਇਦਾ, ਮਤਲਬ ਜਾਂ ਕਿਤੇ ਕਿਸੇ ਨਾ ਕਿਸੇ ਲੂਪ ਹੋਲ ਰਾਹੀਂ ਕਿਸੇ ਟ੍ਰਾਂਸਫਰ ਕਰ ਦਿਓ, ਕਿਸੇ ਕਿੱਦਾਂ ਕਰ ਦਿਓ, ਕਿਸੇ ਕਿੱਦਾਂ ਕਰ ਦਿਓ। ਤੁਸੀਂ ਕੀ ਸੋਚਦੇ ਹੋ ਵੀ ਜਰਨਲਿਸਟ ਜਿਹੜਾ ਲੋਕਾਂ ਨੂੰ ਮਿਰਰ ਬਣ ਕੇ ਮਤਲਬ ਦਿਖਾਉਂਦਾ ਵੀ ਆ ਅਸਲੀਅਤ ਇਹ ਹੈ, ਲੈਟ ਪੀਪਲ ਜੱਜ, ਵੀ ਆਰ ਨਾਟ ਜੱਜ, ਹੈ ਨਾ, ਬਟ ਉਹਦੇ ਬਾਵਜੂਦ ਉਹ ਆਪਣੇ ਵਾਸਤੇ ਤਾਂ ਕੋਈ ਆਵਾਜ਼ ਹੀ ਨਹੀਂ ਚੱਕ ਰਿਹਾ। ਕੁਲਦੀਪ ਜੀ, ਬਹੁਤ ਵਧੀਆ ਸਵਾਲ ਤੇ ਇੱਕ ਭਿਆਨਕ ਜਿਹੜੀ ਪੋਜੀਸ਼ਨ ਹੈ ਉਹਨੂੰ ਤੁਸੀਂ ਉਜਾਗਰ ਕਰਨ ਦੀ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਪਹਿਲਾ ਪ੍ਰਸ਼ਨ ਸੀ GDP ਤੇ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ ਕਿ ਖੇਡ ਕਿੱਥੋਂ ਹੁੰਦੀ ਹੈ। ਕਹਿੰਦੇ ਨੇ ਮੁਨਾਫੇ ਦੇ ਘਰ ਵਿੱਚ ਗਰੀਬ ਦਾ ਕਚੂਮਰ। ਬਿਲਕੁਲ ਬਿਲਕੁਲ। GDP ਦੀ ਗੇਮ ਜੇ ਇੱਕ ਅੰਦਰ ਗੁਰਖਤ ਅੰਦਰ, ਇਹਨੂੰ ਕੋਈ ਸਮਝ ਨਹੀਂ ਸਕਿਆ। ਇਹ ਸਰਕਾਰਾਂ ਕਹਿੰਦੇ ਚਮਦੀਆਂ ਚਲਾਉਂਦੀਆਂ, ਹਰੇਕ ਸਰਕਾਰਾਂ ਚਮਦੀਆਂ ਚਲਾਉਂਦੀਆਂ ਨੇ ਆਪਣੇ ਹਿਸਾਬ ਨਾਲ ਡਾਟੇ ਕਰ ਲੈਂਦੇ, ਚਾਹੇ ਕੋਈ ਵੀ ਸਰਕਾਰ ਹੋਵੇ, ਚਾਹੇ ਮੋਦੀ ਸਰਕਾਰ ਹੋਵੇ, ਚਾਹੇ ਮਨਮੋਹਨ ਸਰਕਾਰ ਸੀ। ਕਿਉਂਕਿ ਜੇ ਸਮਝਣਾ ਇਹਨੂੰ ਮੌਜੂਦਾ ਪੋਜੀਸ਼ਨ ਨੂੰ, ਇਹ ਆਪਾਂ ਜਦੋਂ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਸੀ, ਮਨਮੋਹਨ ਸਿੰਘ ਜੀ ਨੇ ਇਹਨਾਂ ਨੇ ਵਿੱਤ ਮੰਤਰੀ ਸੀ, ਇਹਨਾਂ ਨੇ ਇੱਕ ਇਕਨੋਮਿਕਲ ਪਾਲਿਸੀ ਲੈ ਕੇ ਆਈ ਸੀ ਜੋ ਅੱਜ ਪ੍ਰੋਪਰ ਲਾਗੂ ਹੋ ਗਈ। ਬਿਲਕੁਲ ਬਿਲਕੁਲ, ਅੱਜ ਲਾਗੂ ਹੋ ਚੁੱਕੀ। ਬਿਲਕੁਲ ਬਿਲਕੁਲ। ਕਿਉਂਕਿ ਹੁਣ ਸਿਰਫ ਗਵਰਨਮੈਂਟ ਨਹੀਂ ਰਹੀ, ਵੈਲਫੇਅਰ ਦਾ ਤਾਂ ਨਾ ਹੀ ਭੁੱਲ ਜਾਓ, ਕਿਉਂਕਿ ਇਹਨਾਂ ਨੇ ਆਪਣੇ ਆਪ 'ਚ ਵੀ, ਭਾਜਪਾ ਨੇ ਆਪਣੇ ਏਜੰਡੇ 'ਚ ਵੀ ਰੱਖਤਾ ਕਿ ਸਿਰਫ ਜਿਹੜਾ ਲੋਕਤੰਤਰ ਸ਼ਬਦ ਹੈ ਜਾਂ ਉਸ ਨੂੰ ਆਪਾਂ ਕਹਿ ਦਈਏ ਕਿ ਪ੍ਰਜਾਤੰਤਰ ਲਫ਼ਜ਼ ਹੈ, ਉਹਨੂੰ ਹਟਾ ਕੇ ਰਾਸ਼ਟਰਵਾਦ ਲਾਉਣ ਤੇ ਇਹਦਾ ਮਤਲਬ ਹੈ ਸਿੱਧੇ ਤੌਰ ਤੇ ਤੁਹਾਡੀ ਗਰਦਨਾਂ ਲਾਲਿਆਂ ਦੇ ਹੱਥ 'ਚ ਜਿਵੇਂ ਮਰਜ਼ੀ ਵਿਚੋੜ ਦੇ। ਬਿਲਕੁਲ ਠੀਕ ਹੈ, ਮਤਲਬ ਕਾਰਪੋਰੇਟ ਮੁਖੀ ਹੋ ਗਿਆ, ਠੀਕ ਹੈ ਨਾ ਜੀ। ਹੁਣ ਦੇਖੋ ਬਿਲਕੁਲ, ਇੱਕ ਘਟਨਾ ਹੋ ਗਈ ਜਦੋਂ ਦਿੱਲੀ 'ਚ ਪ੍ਰੋਟੈਸਟ ਚੱਲ ਰਿਹਾ ਸੀ ਆਪਣੇ, ਉਹਦੇ ਵਿੱਚ ਇੱਕ ਸਵਾਲ ਗਿਆ ਪਾਰਲੀਮੈਂਟ 'ਚ ਪ੍ਰੋਟੈਸਟ 'ਚ। ਉਹਦੇ 'ਚ ਇਹ ਸਵਾਲ ਪੁੱਛਿਆ ਗਿਆ ਕਿ ਅਸੀਂ ਤੁਹਾਨੂੰ 10 ਸਵਾਲ ਪੁੱਛਦੇ ਹਾਂ ਪੂਰੀਆਂ ਪਾਰਟੀਆਂ ਨੂੰ, ਲੋਕ ਸਭਾ ਪੂਰੇ ਮੈਂਬਰਸ ਨੂੰ, ਤੇ ਉੱਥੇ ਇੱਕ ਮਤਾ ਆਇਆ, ਚਾਹੇ ਉਹਦੇ ਵਿੱਚ ਕਾਂਗਰਸ ਸੀ, ਕਾਮਿਊਨਿਸਟ ਸੀਗੇ, ਜਿਹੜੇ ਬਸਪਾ ਸੀ, ਸਾਰੀਆਂ ਪਾਰਟੀਆਂ ਦੇ ਕੁਝ ਨੇਤਾ ਨੇ ਕਹਿੰਦੇ ਇਹ ਲੋਕ ਸਾਡੇ ਤੋਂ ਜਵਾਬ ਮੰਗਣ ਹੁੰਦੇ ਕੌਣ ਨੇ। ਇਹਦਾ ਮਤਲਬ ਉਸ ਦਿਨ ਸਾਡੀ ਡੈਮੋਕ੍ਰੇਸੀ ਦਾ ਅੰਤ ਹੋ ਗਿਆ ਸੀ। ਬਿਲਕੁਲ ਬਿਲਕੁਲ ਸਹੀ। ਦੂਸਰੀ ਗੱਲ ਹੈ ਕਿ ਦੇਖੋ ਮੁਨਾਫਾਖੋਰੀ, ਮੋਦੀ ਸਰਕਾਰ ਆਈ, ਮੀਡੀਆ ਦਾ ਤੰਤਰ ਆਪ ਹੀ ਲੋਕਾਂ ਨੂੰ ਪਤਾ ਹੈ। ਨਹੀਂ, ਪਰ ਗੱਲ ਇਹ ਹੈ ਕਿ ਉਹ ਮੀਡੀਆ ਵੀ ਤਾਂ ਹੁਣ ਪ੍ਰਭਾਵਿਤ ਹੋ ਰਿਹਾ। ਮੈਂ ਤੁਹਾਨੂੰ ਉਹੀ ਤਾਂ ਗੱਲ ਦੱਸ ਰਿਹਾ ਜੀ, ਕੋਈ ਲੈਣ ਤੇ ਆ ਜਾਓ, ਤੁਹਾਨੂੰ ਤਾਂ ਦਰਸ਼ਕਾਂ ਨੂੰ ਸਾਫ਼ ਪਤਾ ਚੱਲ ਜਾਏ ਸੱਚ ਕਾਂਡ ਕਿਉਂ ਹੋ ਰਿਹਾ, ਕਿਵੇਂ ਹੋ ਰਿਹਾ। ਬਿਲਕੁਲ ਠੀਕ ਹੈ। ਜੇ ਅਸੀਂ ਆਪਣੀ ਦਾੜੀ ਦੂਜੇ ਦੇ ਹੱਥ ਫੜਾਵਾਂਗੇ ਤਾਂ ਇਹ ਤਾਂ ਨਹੀਂ ਕਿ ਦੂਜੇ ਦੇ ਅੱਗ ਘਰ ਲੱਗੇ ਸਾਡੀ ਲੱਗਣੀ ਨਹੀਂ। ਪਾਤਰ ਸਾਹਿਬ ਦਾ ਇੱਕ ਬਹੁਤ ਸ਼ੇਰ ਹੈ, ਕਹਿੰਦਾ ਕਿ ਅਜੇ ਤੇਰੇ ਕਾਲਜੇ ਲੱਗੀ ਅਜੇ ਛੁਰੀ ਨਹੀਂ, ਇਹ ਨਾ ਸੋਚ ਤੇਰੇ ਘਰ ਦੀ ਹਾਲਤ ਬੁਰੀ ਨੇ। ਅੱਜ ਅਸੀਂ ਲਾਗੂ ਕਰ ਰਹੇ ਹਾਂ ਤੇ ਅੱਜ ਅਸੀਂ ਇਸ ਲਈ ਚੀਕ ਰਹੇ ਹਾਂ ਕਿਉਂਕਿ ਹੁਣ ਉਹ ਅੱਗ ਸਾਡੇ ਘਰ ਆ ਗਈ ਹੈ। ਇੱਕ ਜਰਨਲਿਸਟ ਦਾ ਕੋਈ ਕਸੂਰ ਨਹੀਂ, ਕਿਉਂਕਿ ਜਰਨਲਿਸਟ ਇਮਾਨਦਾਰ ਹੁੰਦਾ ਹੈ। ਪਹਿਲਾਂ ਇੱਕ ਹੁੰਦਾ ਸੀ, ਅੱਜ ਤੋਂ ਤੁਸੀਂ 20 ਸਾਲ ਪਹਿਲਾਂ ਦੀ ਇੱਕ ਜਰਨਲਿਜ਼ਮ ਦੇਖ ਲਓ, ਕਹਿੰਦੇ ਜੀ ਪੱਤਰਕਾਰ ਵੀ ਹੁੰਦਾ ਹੈ। ਹੁਣ ਕੀ ਹੈ, ਹੁਣ ਪੱਤਰਕਾਰ ਨੂੰ ਤਾਂ ਪੁੱਛਦੇ ਹੀ ਨਹੀਂ, ਹੁਣ ਐਡੀਟਰ ਨੂੰ ਨਹੀਂ ਪੁੱਛਦੇ, ਚੀਫ ਐਡੀਟਰ ਨੂੰ ਪੁੱਛਦੇ, ਸਿੱਧੇ ਮਾਲਕ ਨੂੰ ਫੋਨ ਕਰਦੇ ਨੇ ਤੇ ਤੁਹਾਡੀ ਚੀਫ ਕੀ। ਇਹਦਾ ਮਤਲਬ ਜਰਨਲਿਜ਼ਮ ਤਾਂ ਪਹਿਲਾਂ ਹੀ ਖਤਮ ਕਰ ਦਿੰਦੀ। ਬਿਲਕੁਲ। ਦੂਸਰੀ ਗੱਲ, ਅਸੀਂ ਕੌਣ ਰਹਿ ਗਏ, ਅਸੀਂ ਜਰਨਲਿਸਟ ਨੇ, ਸਾਨੂੰ PRO ਬਣਾਤਾ ਕਿ ਆਪੋਜੀਸ਼ਨ ਇੱਕ ਪਾਰਟੀ ਨੂੰ ਕਿੰਨੇ ਪੈਸਾ ਦਿੱਤਾ, ਕਿਸ ਨੇ ਉਹਨੂੰ ਦਿੱਤਾ, ਤੇ ਉਸ 'ਚ ਆ ਕੇ ਅਸੀਂ ਇੰਨੇ ਫਸ ਗਏ ਕਿ ਅਸੀਂ ਹੁਣ ਆਪਣੀ ਇਨਸਾਫ ਦੀ ਆਵਾਜ਼ ਵੀ ਨਹੀਂ ਚੱਕ ਸਕਦੇ, ਦੀਵੇ ਥੱਲੇ ਹਨੇਰਾ। ਬਿਲਕੁਲ ਬਿਲਕੁਲ ਠੀਕ ਹੈ ਜੀ। ਤੇ ਅੱਜ ਅਸੀਂ ਦੇਖੋ, ਇਹ ਨਹੀਂ ਕਿ ਜਰਨਲਿਸਟਾਂ ਦੀਆਂ ਜਿਹੜੀਆਂ ਐਸੋਸੀਏਸ਼ਨਾਂ ਉਹ ਕਰ ਨਹੀਂ ਰਹੀਆਂ, ਵੇਸ ਬੋਰਡ 'ਤੇ ਵੀ ਅਸੀਂ ਲੜੇ। ਉਹ ਤੋਂ ਬਾਅਦ ਹੁਣ ਸੁਪਰੀਮ ਕੋਰਟ 'ਚ ਵੀ ਇਸ ਬਾਰੇ ਐਪਲੀਕੇਸ਼ਨ ਹੈ, ਪਰੰਤੂ ਸਾਡੀ ਜਦੋਂ ਚੈਨਲ ਡਿਬੇਟ ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਭਾਜੀ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਸੀ, ਹੋਣਾ ਕੀ ਹੈ। ਕਿਉਂਕਿ ਸੁਪਰੀਮ ਕੋਰਟ ਦੇ ਫੈਸਲੇ
ਲਾਗੂ ਕਿਹਨੇ ਕਰਨੇ ਨੇ? ਉਹ ਕਾਰਪੋਰੇਟ ਨੇ ਕਰਨੇ। ਕਾਰਪੋਰੇਟ ਨੂੰ ਕਰਨ ਵਾਸਤੇ ਅਸੀਂ ਮਜਬੂਰ ਕਿਹਨੂੰ ਕਰਾਂਗੇ? ਅਸੀਂ ਕੋਰਟ ਤੋਂ ਬਾਅਦ ਸਰਕਾਰ ਨੂੰ ਕਰਾਂਗੇ। ਵੇਜ ਬੋਰਡ ਪਰ ਸਰਕਾਰ ਤਾਂ ਵੇਜ ਬੋਰਡ ਦੀ ਤਾਂ ਹਾਲੇ ਤੱਕ ਸਰਕਾਰ ਤਾਂ ਉਹਨਾਂ ਦੇ ਹੱਥ ਹੈ ਨਾ। ਇਸ ਲਈ ਜਿਹੜੀ ਆਸ ਹੈ ਨਾ, ਸਿਰਫ ਆਸ ਹੈਗੀ ਹੈ, ਪਰ ਕੋਸ਼ਿਸ਼ ਇਹ ਵੀ ਨਹੀਂ, ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਨੇ 1927 ਚ ਇੱਕ ਲੇਖ ਲਿਖਿਆ, 1927 ਚ ਉਸ ਦੀ ਵਿਵਰਣ ਅੱਜ ਦੇ ਮੀਡੀਆ ਨਾਲ ਬਿਲਕੁਲ ਹੂ ਚੀਜ਼ ਹੈ। ਉਹ ਕਿੰਨੇ ਸਿਆਣੇ ਲੋਕ ਸੀਗੇ, ਪਰ ਅਸੀਂ ਉਹਨਾਂ ਚੀਜ਼ਾਂ ਤੋਂ, ਉਹਨਾਂ ਧਾਰਨਾ ਤੋਂ ਹਟ ਗਏ, ਜਿਸ ਕਰਕੇ ਸਾਡਾ ਅੱਜ ਇਹ ਹਾਲ ਹੈ। ਸਾਡੀਆਂ ਐਸੋਸੀਏਸ਼ਨਾਂ ਨਹੀਂ ਵਿਕਦੀਆਂ ਨੇ। ਜਰਨਲਿਸਟ, ਚਲੋ ਜਰਨਲਿਸਟ ਕਿੰਨਾ ਕੁ ਲੜ ਲੂਗਾ? ਇੱਕ ਮਿੰਟ ਗੱਲ ਸੁਣੋ, ਮੇਰੇ ਘਰ ਦਾ ਖਰਚਾ ਜੀ 20,000 ਤਾਂ ਹੈਗਾ ਹੀ ਹੈਗਾ, ਮੇਰੇ ਬੱਚੇ ਜਵਾਨ ਨੇ, ਤੇ ਮੇਰੀ ਜਿਹੜੀ ਸੈਲਰੀ ਹੈ 5,000 ਕਰ ਦਿੱਤੀ ਗਈ, ਮੇਰਾ ਕੀ ਕਸੂਰ? ਬਿਲਕੁਲ ਉਹ ਕਿੱਥੇ ਚਲੇਗਾ ਘਰ? ਇੱਕ ਮਿੰਟ, ਇਹ ਨਹੀਂ ਕਿ ਕੰਪਨੀਆਂ ਨੂੰ ਮੁਨਾਫਾ ਨਹੀਂ ਆ ਰਿਹਾ, ਇਹ ਗੱਲ ਕਹਿਣਾ ਗਲਤ ਹੈ ਜੀ। ਨਹੀਂ, ਜੇ ਇਹਨਾਂ ਦੀ ਮੈਂ ਇੱਕ ਐਕਸਪੋਜ਼ ਕਰਨ ਲੱਗਿਆ, ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਇੰਡੀਅਨ ਐਕਸਪ੍ਰੈਸ ਪ੍ਰੋਫਿਟ 'ਚ, HT ਪ੍ਰੋਫਿਟ 'ਚ, ਠੀਕ ਹੈ, ਕਿਉਂਕਿ ਪੇਪਰਾਂ ਤੋਂ ਬਚਾਇਆ, ਐਡ ਦਾ ਰੇਟ ਵਧਾਤਾ, ਸਰਕਾਰ ਨੇ ਇੰਟਰਨਲ ਹੈਲਪ ਕੀਤੀ ਹੈ। ਪਰ ਜਦੋਂ ਕਰਮਚਾਰੀ ਦੀ ਗੱਲ ਆਉਂਦੀ ਹੈ, ਚਾਹੇ ਉਹ ਮਜ਼ਦੂਰ ਹੈ, ਪੱਤਰਕਾਰ ਹੈ, ਡਾਕਟਰ ਹੈ ਜਾਂ ਸਫਾਈ ਸੇਵਕ ਹੈ, ਉਹਨਾਂ ਤੇ ਕਿਉਂ ਲਾਗੂ ਹੁੰਦੀ ਹੈ? ਇਹ ਸਾਰਿਆਂ ਤੇ ਲਾਗੂ ਹੋਣੀ ਬਿਲਕੁਲ ਸਾਰੇ ਤੇ ਹੋਣੀ ਚਾਹੀਦੀ ਗੱਲ, ਜਦ ਕਿ ਉਹਨਾਂ ਨੂੰ ਪ੍ਰੋਫਿਟ ਆ ਰਿਹਾ। ਜਿਹੜੀਆਂ ਸੰਸਥਾਵਾਂ ਨੇ ਪ੍ਰੋਫਿਟ ਮੇਕ ਕੀਤਾ, ਜਿਵੇਂ ਕੱਲ ਸਤਨਾਮ ਦਾਊ ਉਹਨਾਂ ਨੇ ਜਿਹੜਾ ਪ੍ਰੋਟੈਸਟ ਕੀਤਾ, ਉਹਨਾਂ ਨੇ ਕਿਹਾ ਵੀ ਦੇਖੋ ਤੁਸੀਂ ਬੈਲੈਂਸ ਸ਼ੀਟਸ ਕਢਾ ਕੇ ਤਾਂ ਦੇਖੋ ਸਕੂਲਾਂ ਦੀ, ਮਤਲਬ ਜਿਹੜੇ ਬੰਦੇ ਟੀਨਾਂ ਦੇ ਸ਼ੈਡ 'ਚ ਸਕੂਲ ਖੋਲ ਕੇ ਬੈਠੇ ਸੀ, ਉਹ ਅੱਜ ਮਿਲੀਅਨਰਸ ਬਣ ਚੁੱਕੇ ਨੇ। ਕਿਵੇਂ ਬਣ ਗਏ ਨੇ? ਉਹ ਕਲੈਬਰੇਟਰ ਸਕੂਟਰ ਤੇ ਫਿਰਦੇ ਸੀ, ਅੱਜ ਮਰਸੀਡੀਜ਼ ਗੱਡੀਆਂ 'ਚ ਫਿਰਦੇ। ਕੱਲ ਉਹ ਬੜੀ ਵੱਡੀ ਗੱਲ ਕਰਕੇ ਗੱਲ ਜਿਹੜੀ ਮੇਰੀ ਸਮਝ 'ਚ ਆਉਂਦੀ ਹੈ ਕਿ ਇਹ ਇਹੋ ਜਿਹੇ ਅਦਾਰੇ ਨੇ, ਭਾਵੇਂ ਵੱਡੇ ਅਖਬਾਰ ਹੋਣ, ਭਾਵੇਂ ਵੱਡੇ ਸਕੂਲ ਹੋਣ, ਇਹਨਾਂ ਨੇ ਰਾਤੋਂ ਰਾਤ ਕੋਈ ਬਿਜ਼ਨਸ ਨਹੀਂ ਕਿ ਇਹ ਕੱਲ ਦੇ ਬਿਜ਼ਨਸ ਦੇ ਵਿੱਚ ਆਏ ਹੋਏ ਆ। ਬਿਲਕੁਲ ਸਾਲਾਂ ਬੱਦੀ ਸਾਲਾਂ ਸੈਂਕੜਾਂ ਸਾਲਾਂ ਤੋਂ ਇਹ ਬਿਜ਼ਨਸ ਕਰ ਰਹੇ ਆ, ਇੰਨੇ ਸਾਲਾਂ ਤੋਂ ਮੁਨਾਫਾ ਕਮਾਇਆ ਹੋਇਆ। ਹੁਣ ਤਾਂ 6 ਮਹੀਨਾ ਵੀ ਨਹੀਂ ਹੋਇਆ ਕੋਵਿਡ ਨੂੰ, ਆਪਣੇ EMPLOYEES ਨੂੰ ਤਨਖਾਹ ਦੇ ਨਹੀਂ ਸਕਦੇ। ਇੰਨੇ ਕਰੋੜਾਂ ਅਰਬਾਂ ਰੁਪਏ ਕਮਾ ਕੇ ਜਿਹੜਾ ਨੇ ਰੱਖੇ ਹੋਏ ਆ, ਇਹਨਾਂ ਦੀ ਜਿਹੜੀ ਪੁਰਾਣੀ ਬਚਤ ਸੀਗੀ ਉਹ ਕਿੱਥੇ ਗਈ? ਹੁਣ ਕੋਈ ਵੀ ਗਰੀਬ ਤੋਂ ਗਰੀਬ ਬੰਦਾ 2, 5, 10 ਹਜ਼ਾਰ ਰੁਪਏ ਬਚਾ ਕੇ ਰੱਖਦਾ ਹੈ ਉਸ ਵਾਸਤੇ ਕਿ ਬਈ ਜਦੋਂ ਗਾੜਾ ਵਕਤ ਆਏਗਾ ਤਾਂ ਇਹ ਸਾਡੇ ਕੰਮ ਆਏਗਾ। ਅੱਜ ਜਿਹੜੇ EMPLOYEES ਨੇ ਕਮਾ ਕਰਕੇ ਉਹਨਾਂ ਨੂੰ ਇੰਨੇ ਪੈਸੇ ਦਿੱਤੇ, ਉਹਨਾਂ ਨੂੰ 6 ਮਹੀਨੇ ਬਿਠਾ ਕੇ ਨਹੀਂ ਖਵਾ ਸਕਦੇ? ਦੇ ਸਕਦੇ ਸੀ, ਬਿਲਕੁਲ। ਦਫ਼ਤਰਾਂ ਦੇ ਤੁਸੀਂ ਦੇਖ ਲਓ ਖਰਚੇ ਕਿੰਨੇ ਘਟ ਗਏ। ਜਿਹੜੇ ਵੱਡੇ ਵੱਡੇ ਦਫ਼ਤਰਾਂ 'ਚ AC, ਪੂਰਾ ਬਿਲਡਿੰਗ AC ਪਲਾਂਟ ਚੱਲਦੇ ਹੁੰਦੇ ਸੀਗੇ, ਵਰਕ ਫਰਮ ਹੋਮ ਹੋ ਰਿਹਾ। EMPLOYEES ਨੂੰ ਕਿਹਾ ਜਾ ਰਿਹਾ ਜੇ ਤੁਸੀਂ ਕੰਮ ਕਰਨਾ ਹੈ ਤਾਂ ਤੁਸੀਂ ਆਪਣੇ ਘਰੇ ਨਵਾਂ ਲੈਪਟਾਪ ਖਰੀਦੋ, ਨਵਾਂ ਇੰਟਰਨੈਟ ਕਨੈਕਸ਼ਨ ਲਗਾਓ ਔਰ ਘਰੋਂ ਬੈਠ ਕੇ ਕੰਮ ਕਰੋ। ਸਾਡੇ ਦਫ਼ਤਰ ਆਉਣ ਦੀ ਕੋਈ ਲੋੜ ਨਹੀਂ, ਲੇਕਿਨ ਕੰਮ ਸਾਨੂੰ ਪੂਰਾ ਚਾਹੀਦਾ। ਬਿਲਕੁਲ EMPLOYEES ਦੇ ਉੱਤੇ ਜਿਹੜਾ ਪ੍ਰੈਸ਼ਰ ਹੈਗਾ ਉਹ ਡਬਲ ਹੋ ਗਿਆ। ਬਿਲਕੁਲ ਘਰ ਵਾਲਿਆਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਬਈ ਬੰਦਾ ਕੰਮ ਕਰ ਰਿਹਾ ਔਰ ਦਫ਼ਤਰ ਦਾ ਕੰਮ ਪੂਰਾ, ਦਫ਼ਤਰ ਦੀ ਜਿਹੜੀ ਐਕਸਪੈਕਟੇਸ਼ਨ ਹੈਗੀ ਉਹ ਹੋਰ ਵੱਧ ਗਈ ਆ। ਕੰਪਨੀਆਂ ਦੇ ਖਰਚੇ ਕੱਟ ਗਏ। ਜਿਹੜੀ ਤੁਹਾਡੀ ਗੱਲ ਹੈ ਨਾ, ਦੇਖੋ ਕਚੂਮਰ ਕੱਢਣਾ ਮਤਲਬ ਕਿ ਸਿੱਧੇ ਰੂਪ 'ਚ ਮੇਰੇ ਕਹਿਣ ਦਾ ਮਤਲਬ ਜਿਹੜਾ ਕੈਪੀਟਲਿਸਟ ਹੈ ਨਾ, ਇੰਡੀਆ ਇਜ਼ ਨੋਟ ਡੈਮੋਕ੍ਰੈਟਿਕ, ਇਜ਼ ਅ ਕੈਪੀਟਲਿਸਟ ਸਿਟੀ। ਹੁਣ ਇਹ ਬਦਲਦਾ ਜਾ ਰਿਹਾ ਹੈ। ਨਹੀਂ ਬਣ ਗਿਆ ਹੁਣ, ਕਿਉਂਕਿ ਸਿੱਧੀ ਗੱਲ ਸੁਣੋ, ਤੁਸੀਂ ਕੋਰਟ ਨਹੀਂ ਜਾ ਸਕਦੇ। ਇੱਕ ਮਿੰਟ ਗੱਲ ਦੱਸੋ, ਡੈਮੋਕ੍ਰੇਸੀ ਜੇ ਤੁਸੀਂ ਆਪਣੀ ਤਨਖਾਹ ਲਈ ਕੋਰਟ 'ਚ ਨਹੀਂ ਜਾ ਸਕਦੇ, ਕਿੱਥੇ ਜਾ ਸਕਦੇ ਹੋ? ਇਹ ਤਾਂ ਸਰਕਾਰ ਕਹਿ ਰਹੀ ਹੈ ਕਿ ਸਾਲ ਤੁਸੀਂ ਕੁਝ ਨਹੀਂ ਕਰ ਸਕਦੇ। ਇਹ ਤੋਂ ਵੱਡੀ ਚਪੇੜ ਹੋਰ ਕੀ ਪੈ ਸਕਦੀ ਜੇ ਅੱਜ ਨਹੀਂ ਅਸੀਂ ਸਮਝੇ। ਅਸੀਂ ਮੈਨੂੰ ਆਪਣੇ ਆਪ ਨੂੰ ਧੋਖੇ 'ਚ ਰੱਖਾਂਗੇ। ਜਿਨ੍ਹਾਂ ਅਖਬਾਰਾਂ ਨੇ ਖਬਰ ਛਾਪੀ ਸੀਗੀ ਕਿ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰਾਲਾ ਦਾ ਆਦੇਸ਼ ਹੈਗਾ ਕਿ ਕਿਸੇ ਵੀ EMPLOYEE ਨੂੰ ਕੱਢਿਆ ਨਹੀਂ ਜਾਊਗਾ, ਉਹਨਾਂ ਅਖਬਾਰਾਂ ਨੇ ਆਪ ਆਪਣੇ EMPLOYEES ਨੂੰ ਕੱਢਿਆ। ਇਸ ਤੋਂ ਵੱਡੀ ਵਿਡੰਬਣਾ ਕੀ ਹੋ ਸਕਦੀ ਹੈ? ਸਰ ਉਹਦੇ 'ਚ ਇੱਕ ਚੀਜ਼ ਹੈ, ਮੋਦੀ ਉਸ ਤੋਂ ਬਾਅਦ ਵੀ ਸਰਕਾਰ ਇਸ ਗੱਲ ਦੀ ਨੋਟਿਸ ਨਹੀਂ ਲੈ ਰਹੀ। ਮੋਦੀ ਸਾਹਿਬ ਨੇ ਅਸਲ ਵਿੱਚ ਇੱਕ ਜਵਾਬ ਨਹੀਂ ਆਇਆ ਇਸ ਮਾਮਲੇ 'ਚ। ਸਰ ਆਈ ਨਹੀਂ। ਅਸਲ ਵਿੱਚ ਕੀ ਹੈ? ਅਸਲ ਵਿੱਚ ਕਹਾਣੀ ਇਹ ਹੈ ਕਿ ਸਰਕਾਰ ਨੇ ਜਿਹੜਾ ਵੈਲਫੇਅਰ ਸਟੇਟ ਦੀ ਤੁਸੀਂ ਗੱਲ ਕਰ ਰਹੇ ਨਾ, ਸਰਕਾਰ ਦਾ ਇਹ ਫਰਜ਼ ਬਣਦਾ ਸੀ, ਜਿਵੇਂ ਬਾਕੀ ਕੰਟਰੀਜ਼ ਨੇ ਕੀਤਾ। ਉਹਨਾਂ ਨੇ ਜਿਹੜੇ ਕਾਰਪੋਰੇਟ ਹਾਊਸਿਸ ਵੀ ਸੀਗੇ, ਉਹਨਾਂ ਦੇ ਵੀ EMPLOYEES ਦੀ ਤਨਖਾਹ ਕਾਰਪੋਰੇਟ ਹਾਊਸਿਸ ਨੂੰ ਦਿੱਤੀ ਕਿ ਤੁਹਾਡੇ ਇੰਨੇ EMPLOYEES ਹੈ, ਓਕੇ ਵੀ ਵਿਲ ਪੇ ਯੂ, ਠੀਕ ਹੈ ਨਾ ਜੀ। ਹੋਰ ਸੁਣੋ, ਇਹ ਤੋਂ ਵੀ ਵੱਧ ਕੇ ਜਿਹੜੇ ਮਤਲਬ ਕਿ ਕਿਉਂਕਿ ਉੱਥੇ ਜਿਹੜੇ ਬੱਚੇ ਇੰਟਰਨੈਸ਼ਨਲ ਸਟੂਡੈਂਟ ਸੀ, ਜਿਹੜੇ ਜਿਨ੍ਹਾਂ ਦੀ ਉਹਨਾਂ ਦੀ ਬਸ ਇੱਕ ਛੋਟੀ ਜਿਹੀ ਰਿਸਟ੍ਰਿਕਸ਼ਨ ਸੀ, ਉਹਨਾਂ ਨੇ ਪਿਛਲੇ ਸਾਲ ਦੇ ਵਿੱਚ $5,000 ਕਮਾਇਆ ਹੋਣਾ ਚਾਹੀਦਾ। ਕੈਨੇਡਾ ਦਾ ਇਹ ਹੈ
ਆਸਟ੍ਰੇਲੀਆ ਵਿੱਚ ਥੋੜਾ ਬਹੁਤਾ ਰੂਲ ਹੋਰ ਚੇਂਜ ਸੀਗਾ, ਬਟ ਉਹਨਾਂ ਨੇ $2,000 ਪ੍ਰਤੀ ਮਹੀਨਾ ਬੱਚਿਆਂ ਨੂੰ ਦਿੱਤਾ। ਹੁਣ ਗੱਲ ਇਹ ਹੈ ਕਿ ਇੱਥੇ ਤਾਂ ਇਹ ਹਾਲਾਤ ਨੇ ਕਿ ਜਿਹੜੇ ਲੋਕਾਂ ਨੇ ਟੈਕਸ ਦਿੱਤੇ ਹੋਏ, ਤੁਸੀਂ ਉਹ ਗੱਲ ਕੀਤੀ ਨਾ ਵੀ ਲੋਕਾਂ ਨੇ ਤਾਂ ਆਪਣੀ ਖੂਨ ਦੀ ਜਿਹੜੀ ਕਮਾਈ ਕੀਤੀ ਹੋਈ ਹੈ, ਖੂਨ ਪਸੀਨੇ ਦੀ, ਉਹਦੇ ਵਿੱਚੋਂ ਟੈਕਸ ਦਿੱਤਾ ਹੋਇਆ। ਸਰਕਾਰ ਇੰਨਾ ਤਾਂ ਕਰ ਸਕਦੀ ਸੀ ਕਿ ਟੈਕਸ ਵਾਪਸ ਮੋੜ ਦਿੰਦੀ ਉਹਨਾਂ ਨੂੰ, ਜੋ ਉਹਨਾਂ ਨੇ GST ਭਰੀ ਉਹ GST ਮੋੜ ਦਿੰਦੀ ਵਾਪਸ। ਇੱਕ ਬਹੁਤ ਜਿਹੜੇ ਆਪਣਾ ਲੋਰੇਟ ਨੇ, ਜਿਹੜਾ ਨੋਬਲ ਲੋਰੇਟ ਨੇ ਅਭਿਜੀਤ ਬੈਨਰਜੀ ਕਰਕੇ, ਉਹਨਾਂ ਨੇ ਇਹ ਗੱਲ ਕਹੀ ਕਿ ਵੀ ਇਹ ਜਿਹੜੀ ਕੰਟਰੀਜ਼ ਨੇ ਇਹਨਾਂ ਕੋਲ ਪੈਸਾ ਇੰਨਾ ਕਿੱਥੋਂ ਆਇਆ ਜਿਹੜਾ ਇਹਨਾਂ ਨੇ ਲੋਕਾਂ 'ਚ ਵੰਡਿਆ। ਉਹਨਾਂ ਨੇ ਆਪਣੀ ਕਰੰਸੀ ਛਾਪੀ, ਤੇ ਕੀ ਇੰਡੀਆ ਕਰੰਸੀ ਨਹੀਂ ਸੀ ਛਾਪ ਸਕਦਾ? ਕਿ ਇੰਡੀਆ ਵੀ ਤਾਂ ਸਭ ਕੁਝ ਇਹ ਕਰ ਸਕਦਾ ਸੀ। ਤੁਸੀਂ 20 ਲੱਖ ਕਰੋੜ ਰੁਪਏ ਦਾ ਪੈਕੇਜ ਦੇ ਰਹੇ ਹੋ, ਤੁਸੀਂ ਅਨਾਉਂਸ ਕਰ ਰਹੇ ਹੋ, ਧਰਾਤਲ ਤੇ ਕੀ ਹੈ? ਜਦੋਂ ਫੈਕਟਰੀ ਓਨਰ ਕਹਿੰਦਾ ਹੈ ਕਿ ਮੇਰੀਆਂ ਮਸ਼ੀਨਾਂ ਜੰਗ ਖਾ ਰਹੀਆਂ ਨੇ, ਜਦੋਂ ਪ੍ਰੋਪਰ ਲਾਕਡਾਊਨ ਹੀ ਹੋ ਗਿਆ, ਜਦੋਂ ਬੰਦ ਹੀ ਹੋ ਗਿਆ ਸਾਰਾ ਕਾਰੋਬਾਰ, ਜਦੋਂ ਉਹਦੀਆਂ ਮਸ਼ੀਨਾਂ ਜੰਗ ਖਾ ਰਹੀਆਂ ਨੇ, ਉਹਦੇ ਉੱਪਰ ਤੁਸੀਂ ਪ੍ਰੈਸ਼ਰ ਪਾ ਰਹੇ ਹੋ ਕਿ ਤੂੰ ਆਪਣੇ EMPLOYEE ਨੂੰ ਤਨਖਾਹ ਦੇ। ਅਲਟੀਮੇਟਲੀ ਉਹਦੀ ਵੀ ਤਾਂ ਇੱਕ ਲਿਮਿਟ ਹੈ ਨਾ ਜੀ, ਇਹੀ ਲਿਮਿਟ ਹਰ ਇੱਕ ਦੀ ਸੀ। ਸਰਕਾਰ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਇਸ ਕਰਕੇ ਦੋਸ਼ੀ ਮੰਨੀ ਜਾਂਦੀ ਹੈ, ਔਰ ਵਿਰੋਧੀ ਧਿਰ ਇਸੇ ਕਰਕੇ ਉਹਨੂੰ ਹਰ ਪਾਸੋਂ ਘੇਰਦਾ, ਕਿਉਂਕਿ ਸਰਕਾਰ ਨੇ ਕਿਸੇ ਦੀ ਕੋਈ ਸਾਰ ਤਾਂ ਲਈ ਨਹੀਂ ਨਾ। ਲੇਕਿਨ ਹਾਲਾਤ ਦੇਖੋ ਇਸ ਵੇਲੇ ਬਹੁਤ ਨਾਜ਼ੁਕ ਮੋੜ ਤੇ ਨੇ। ਇਹ ਜਿਹੜੀ ਸਰਕਾਰ ਦਾ ਜਿਹੜਾ ਦਮ ਹੈਗਾ ਗੁਬਾਰੇ ਵਾਂਗ ਫੁੱਲਿਆ ਹੋਇਆ, ਔਰ ਸਰਕਾਰ ਮੈਜੋਰਿਟੀ ਦੇਖੋ ਬਹੁਤ ਚੰਗੀ ਚੀਜ਼ ਹੁੰਦੀ ਹੈ, ਮੈਂ ਕਹਿੰਦਾ ਲੋਕਤੰਤਰ ਵਾਸਤੇ, ਲੇਕਿਨ ਮਾੜੀ ਵੀ ਹੋ ਸਕਦੀ ਹੈ। ਉਹ ਇਸ ਸਰਕਾਰ ਨੇ ਦਿਖਾਇਆ। ਹੁਣ ਇਸ ਸਰਕਾਰ ਦੀ ਮੈਜੋਰਿਟੀ, ਐਕਸਟਰਾਆਰਡੀਨਰੀ ਮੈਜੋਰਿਟੀ ਜਿਹੜੀ ਮਿਲੀ ਹੈ, ਉਹਦੇ ਕਰਕੇ ਸਰਕਾਰ ਘਮੰਡ ਦੇ ਵਿੱਚ ਇੰਨੀ ਫੁੱਲੀ ਹੋਈ ਹੈ ਕਿ ਹੁਣ ਵਿਪਕਸ਼ ਦਾ ਜਾਂ ਕਿਸੇ ਵੀ ਆਮ ਜਨਤਾ ਦੀ ਕੋਈ ਗਲਤੀ ਸੁਣਵਾਈ ਨਹੀਂ ਹੋ ਰਹੀ ਹੈ। ਹੁਣ ਬੰਬੇ ਦਾ 에ਅਰਪੋਰਟ ਅਡਾਨੀ ਨੂੰ ਹੀ ਕਿਉਂ ਮਿਲ ਰਿਹਾ? ਲਖਨਊ ਦਾ 에ਅਰਪੋਰਟ ਅਡਾਨੀ ਨੂੰ ਮਿਲ ਗਿਆ। ਸਾਰੇ ਜਿਹੜੇ ਦੇਸ਼ ਦੇ ਸਾਰੇ ਜਿਹੜੇ ਧੰਦੇ ਹੈਗੇ ਉਹ ਜਾਂ ਤਾਂ ਅੰਬਾਨੀ ਨੂੰ ਮਿਲ ਰਹੇ ਜਾਂ ਅਡਾਨੀ ਨੂੰ। ਹੋਰ ਤੀਜਾ ਕੋਈ ਦੁਨੀਆ 'ਚ ਹੈ ਹੀ ਨਹੀਂ ਹੈ ਦੇਸ਼ 'ਚ। ਮਤਲਬ ਸੋਲਰ ਦੇ ਵਿੱਚ ਆ ਗਏ। ਸੋਲਰ ਦੇ ਵਿੱਚ ਅੱਜ ਮੈਂ ਇੱਕ ਖਬਰ ਪੜ੍ਹੀ ਹੈ ਵੀ ਸੋਲਰ ਦੇ ਵਿੱਚ ਬਹੁਤ ਵੱਡਾ ਜਿਹੜੀਆਂ ਗੱਲਾਂ ਪਹਿਲਾਂ ਜਿਹੜੇ ਵਿਰੋਧੀ ਧਿਰ ਦੇ ਭਾਵੇਂ ਅਰਵਿੰਦ ਕੇਜਰੀਵਾਲ ਹੋਣ, ਭਾਵੇਂ ਕਾਂਗਰਸ ਪਾਰਟੀ ਦੇ ਲੀਡਰਾਂ ਹੋਣ, ਇਹ ਗੱਲਾਂ ਚੁੱਕਦੇ ਹੁੰਦੇ ਸੀ, ਸਵਾਲ ਕਰਦੇ ਹੁੰਦੇ ਸੀ, ਅੱਜ ਉਹ ਗੱਲਾਂ ਸਾਹਮਣੇ ਆ ਰਹੀਆਂ ਨੇ। ਬਿਲਕੁਲ ਸਹੀ। ਤੁਹਾਡੇ ਜਿਹੜੀ ਦੇਸ਼ ਦੀ ਹਰ ਪ੍ਰਾਪਰਟੀ, ਜਿਹੜੀ ਨਵਰਤਨ ਕੰਪਨੀਆਂ ਸੀਗੀਆਂ, ਉਹਨਾਂ ਦੇ ਮਾਲਿਕ ਅੱਜ ਅਡਾਨੀ ਔਰ ਅੰਬਾਨੀ ਬਣ ਕੇ ਬੈਠੇ ਹੋਏ। ਹੋਰ ਨਾ ਜਾਣੇ ਕਿੰਨੀ ਹੋਰ ਕੰਪਨੀਆਂ। ਇੱਕ ਮੇਰੇ ਇੱਕ ਵਾਕਫ ਸੀਗੇ, ਉਹਨਾਂ ਨੇ ਇੱਕ ਮੈਨੂੰ ਕਮੈਂਟ ਭੇਜਿਆ ਕਿ ਵੀ ਜਿਸ ਚੀਜ਼ ਦੇ ਮੂਹਰੇ ਨੈਸ਼ਨਲ, ਇੰਡੀਅਨ, ਆਲ ਇੰਡੀਆ ਇਹੋ ਜਿਹੇ ਵਰਡ ਲਿਖੇ ਹੋਏ ਆ, ਇਹ ਸਾਰੇ ਪ੍ਰਾਈਵੇਟਾਈਜ਼ ਹੋਣ ਜਾ ਰਹੇ। ਬਿਲਕੁਲ। ਮੈਂ ਕਿਹਾ ਜੀ ਜੇ ਅਗਰ ਤੁਹਾਡੇ ਨਾਂ ਦੇ ਮੂਹਰੇ ਵੀ ਇਦਾਂ ਦੀ ਕੋਈ ਵਰਡ ਲਿਖਿਆ, ਤੁਸੀਂ ਆਪਣਾ ਹਟਾ ਲਓ, ਨਹੀਂ ਤਾਂ ਤੁਸੀਂ ਕੱਲ ਤੁਸੀਂ ਵੀ ਪ੍ਰਾਈਵੇਟਾਈਜ਼ ਹੋ ਜਾਓ। ਹੁਣ ਮੋਰ ਇੱਕ ਛੋਟੇ ਜਿਹੀ ਚੁਟਕੀ ਹੈ ਇਹਦੇ ਵਿੱਚ। ਹੁਣ ਮੋਰ ਦਾ ਇਸ਼ੂ ਹੋਇਆ, ਕਹਿੰਦਾ ਜੀ ਮੋਰ ਨੇ ਇੱਕ ਅਖਬਾਰ ਨੇ ਬਹੁਤ ਸੋਹਣਾ ਛਾਪਿਆ, ਕਹਿੰਦਾ ਬਈ ਤੂੰ ਕਿਉਂ ਮੋਰ ਉਹਦੇ ਕੋਲ ਚੋਗਾ ਚੁਗਣ ਚਲਾ ਜਾ। ਕਹਿੰਦਾ ਜੀ ਮੈਂ ਰਾਸ਼ਟਰੀ ਮੋਰ ਹਾਂ, ਕਿਤੇ ਮੇਰੇ ਅੱਗੇ ਰਾਸ਼ਟਰੀ ਅੱਗੇ ਤਾਂ ਮੈਨੂੰ ਵੇਚਣਾ ਦੇਣ, ਮੈਂ ਬਚਾਓ ਵਾਸਤੇ ਕਰ ਰਿਹਾ। ਵੇਖੋ ਕਿੱਡੀ ਵੱਡੀ ਗੱਲ ਹੈ। ਤੇ ਮੈਂ ਸਾਡੀ ਇੱਕ ਗੱਲ ਅੱਗੇ ਵਧਾਉਂਦਾ ਹੋਇਆ ਇੱਕ ਗੱਲ ਕਰਨਾ ਚਾਹੁੰਦਾ। ਦੇਖੋ ਕੋਵਿਡ 'ਚ ਕੀ ਗੇਮ ਸੀ। 2 ਮਹੀਨੇ ਮੋਦੀ ਸਾਹਿਬ ਸਾਰੀ ਸਰਕਾਰਾਂ ਨੂੰ ਟੀਵੀਆਂ ਚੈਨਲਾਂ ਤੇ ਕਰਦੇ ਮਰ ਗਏ, ਕੁਝ ਨਹੀਂ ਹੁੰਦਾ, ਅਸੀਂ ਖੜੇ ਹਾਂ, ਉਹ ਖਤਮ ਹੋ ਜਾਏਗਾ, ਕੋਵਿਡ ਖਤਮ ਹੋ ਜਾਏਗਾ। ਨਹੀਂ ਕੋਵਿਡ ਖਤਮ ਨਹੀਂ, ਤੁਸੀਂ ਵੀ ਮਰ ਜਾਓਗੇ ਜੇ ਕੁਝ ਹੋ ਗਿਆ, ਤੁਸੀਂ ਬਾਹਰ ਨਹੀਂ ਨਿਕਲਣਾ। ਉਹ ਨਹੀਂ, ਲੋਕਾਂ ਨੇ ਫੁੱਲ ਚੜਾਏ, ਤਾੜੀਆਂ ਵਜਾਈਆਂ, ਉਹ ਵਜਾਇਆ, ਸਭ ਕੁਝ ਕੀਤਾ, ਪਰੰਤੂ ਉਹਦੇ 'ਚ ਇੱਕ ਚੀਜ਼ ਜਦੋਂ ਹੋਈ, ਜਦੋਂ ਇਹਨਾਂ ਨੇ ਜਿੰਨੇ ਉਦਯੋਗਪਤੀ ਸੀ ਕਰਜ਼ੇ ਮਾਫ ਕਰਤੇ ਉਹਨਾਂ ਦੇ। ਦੇਖਣ ਵਾਲੀ ਹੈ, ਤੁਸੀਂ ਵੀ ਜਰਨਲਿਸਟ ਹੋ, ਤੁਸੀਂ ਵੀ ਇਹ ਦੇਖਿਆ। ਤੀਜੇ ਦਿਨ ਉਹ ਤਾਂ ਵਿਵੇਕਾਨੰਦ ਜੀ ਦਾ ਡੇ ਸੀਗਾ, ਉਹ ਤੋਂ ਬਾਅਦ ਉਹ ਕਹਿੰਦੇ ਜੀ ਤੁਸੀਂ ਆਪਣੇ ਆਪ ਹੀ ਇਹਨੂੰ ਖਤਮ ਕਰਨਾ। ਮਤਲਬ ਇਹ ਤੋਂ ਵੱਡੀ ਮੈਂ ਕੀ ਕਹਾਂ, ਇਹ ਧੋਖੇਬਾਜ਼ੀ ਕੀ ਹੋ ਸਕਦੀ ਹੈ। ਠੀਕ ਹੈ ਜੀ, ਇਹ ਬਹੁਤ ਵੱਡੀ ਗੇਮ ਹੈ। ਕਿਉਂਕਿ ਜੇ ਅਸੀਂ ਬਚਣਾ ਹੈ ਜੀ, ਬਚਣ ਵਾਸਤੇ ਸਾਨੂੰ ਹਰੇਕ ਵਰਗ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਪੱਤਰਕਾਰ ਹੈ, ਪੱਤਰਕਾਰ ਵਰਗ ਨੂੰ, ਹਰੇਕ ਮਜ਼ਦੂਰ ਵਰਗ ਨੂੰ ਇੱਕ ਮੁੱਠ ਹੋਣਾ ਪਏ। ਬਿਲਕੁਲ ਠੀਕ ਹੈ। ਅਸੀਂ ਕਰਦੇ ਹਾਂ ਕਨਕਲੂਡ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਸਿੰਦਰ ਜੀ ਸਟੂਡੀਓ 'ਚ ਆਉਣ ਦਾ। ਤੁਹਾਡਾ ਅਖਿਲੇਸ਼ ਜੀ ਬਹੁਤ ਬਹੁਤ ਧੰਨਵਾਦ ਹੈ। ਤੇ ਦਰਸ਼ਕਾਂ ਨੂੰ ਤਾਂ ਇਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰੋ ਤੇ ਬੈਲ ਆਈਕਨ ਦਬਾਉਣਾ ਕਦੇ ਨਾ ਭੁੱਲਣਾ, ਕਿਉਂਕਿ ਤੁਹਾਨੂੰ ਸਾਡੀਆਂ ਨੋਟੀਫਿਕੇਸ਼ਨਸ ਵੀ ਅੱਗੇ ਮਿਲਦੀਆਂ ਰਹਿਣਗੀਆਂ ਤੇ ਸਾਨੂੰ ਵੀ ਜਿਹੜਾ ਉਤਸ਼ਾਹ ਮਿਲੇਗਾ। ਤੁਸੀਂ ਵੀਡੀਓ ਸਾਡੀ ਦੇਖੋਗੇ, ਐਪਰੀਸ਼ੀਏਟ ਕਰੋਗੇ ਤਾਂ ਅਸੀਂ ਵੀ ਹੋਰ ਲਾਈਵ ਕਰਾਂਗੇ, ਅੱਗੇ ਹੋਰ ਇਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਧੰਨਵਾਦ।
ਹਾਂਜੀ ਸਮਾਨ ਰੱਖਦੇ ਆ ਕੈਮਰਾਮੈਨ ਸਾਹਿਬ ਦਾ ਤਾਂ ਧੰਨਵਾਦ ਕਰਦਾ ਹੀ ਉਹ ਵੀ ਕਰ ਦਿਆ ਕਰਾਂਗੇ